ਤੁਹਾਡਾ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਜਿਸ ਤਰ੍ਹਾਂ ਕਿ ਚਰਚਾ ਤੇ ਹਰ ਪਾਸੇ ਇਹੀ ਹੈ ਕਿ ਉੱਤਰੀ ਭਾਰਤ ਦਾ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੀ ਦਹਲੀਜ਼ ਦੇ ਉੱਤੇ ਪਹੁੰਚ ਚੁੱਕਿਆ ਹੋਇਆ ਹੈ, ਪਰ ਦਿੱਲੀ ਸੁਣ ਨਹੀਂ ਰਹੀ। ਦਿੱਲੀ ਦੇ ਮਨ ਵਿੱਚ ਕੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਇਸ ਦੇ ਨਾਲ ਨਾਲ ਇਹ ਵੀ ਹੈ ਕਿ ਜਿਸ ਤਰ੍ਹਾਂ ਕਿਹਾ ਜਾ ਰਿਹਾ ਸੀ ਕਿ ਇਸ ਕਿਸਾਨ ਅੰਦੋਲਨ ਨੂੰ ਸਿਰਫ ਤੇ ਸਿਰਫ ਪੰਜਾਬ ਦੇ ਹੀ ਕਿਸਾਨਾਂ ਦਾ ਸਮਰਥਨ ਹੈ, ਪੰਜਾਬ ਦੇ ਕਿਸਾਨ ਹੀ ਰੌਲਾ ਪਾ ਰਹੇ ਨੇ, ਉਹ ਵੀ ਭਰਮ ਦੂਰ ਹੋਣਾ ਸ਼ੁਰੂ ਹੋ ਗਿਆ। ਕਿਉਂਕਿ ਹੁਣ ਜਿੱਥੇ ਪੂਰੇ ਦੇਸ਼ ਦੇ ਵੱਖ-ਵੱਖ ਪ੍ਰਦੇਸ਼ਾਂ ਵਿੱਚੋਂ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਹੈ, ਉੱਥੇ ਵਿਦੇਸ਼ ਦੇ ਵਿੱਚੋਂ ਵੀ ਆ ਰਿਹਾ ਹੈ। ਇਹਦੇ ਨਾਲ ਨਾਲ ਜਿਹੜਾ ਉਹ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਆਪਣੇ ਵੀ ਵੱਖਰੇ ਵੱਖਰੇ ਵਿੰਗ ਇਹਨਾਂ ਸੰਘਰਸ਼ ਨੂੰ ਸੱਦਾ ਦੇਣ ਲੱਗ ਪਏ ਨੇ, ਇਹਦਾ ਸਮਰਥਨ ਕਰਨ ਲੱਗ ਪਏ ਨੇ ਔਰ ਕਹਿਣ ਲੱਗ ਪਏ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਸੜਕਾਂ ਤੇ ਉਤਰ ਸਕਦੇ ਨੇ। ਸੋ ਇਹਨਾਂ ਵਿਸ਼ਿਆਂ ਤੇ ਕਰਾਂਗੇ ਗੱਲ। ਪਹਿਲੀ ਗੱਲ ਕਰਦੇ ਹਾਂ ਆਪਾਂ, ਜੋ 1 ਦਸੰਬਰ ਨੂੰ ਮੀਟਿੰਗ ਕੇਂਦਰ ਨੇ ਬੁਲਾਈ। ਭਾਵੇਂ ਕੇਂਦਰ ਅੜਿਆ ਹੋਇਆ ਸੀ ਇਸ ਗੱਲ ਦੇ ਉੱਤੇ ਕਿ 3 ਦਸੰਬਰ ਨੂੰ ਮੀਟਿੰਗ ਹੋਏਗੀ, ਪਹਿਲਾਂ ਕਿਸਾਨ ਬਰਾੜੀ ਦੇ ਮੈਦਾਨ ਵਿੱਚ ਜਾ ਕੇ ਫਸ ਜਾਣਗੇ ਤੇ ਫਿਰ ਗੱਲ ਕਰਾਂਗੇ, ਲੇਕਿਨ ਉਹਨਾਂ ਦੀ ਚਾਲ ਕਾਮਯਾਬ ਨਹੀਂ ਹੋਈ। ਕਿਸਾਨਾਂ ਨੇ ਸਮਝ ਲਿਆ ਸੀ ਕਿ ਕੇਂਦਰ ਦੇ ਮਨ ਵਿੱਚ ਕੀ ਹੈ। ਸੋ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਗੱਲ ਕੀਤੀ ਸਾਡੇ ਕਿਸਾਨ ਦੇ ਲੀਡਰਾਂ ਨਾਲ, ਗੱਲਬਾਤ ਵਾਸਤੇ ਕਿਹਾ ਉਹਨਾਂ ਨੇ, ਤੇ ਕਿਸਾਨ ਇਸ ਜ਼ਿੱਦ ਤੇ ਅੜੇ ਰਹੇ ਔਰ ਅਖੀਰ ਕੇਂਦਰ ਨੂੰ ਝੁਕਣਾ ਪਿਆ। 1 ਦਸੰਬਰ ਨੂੰ ਮੀਟਿੰਗ ਕਰਨ ਬਾਰੇ ਬੁਲਾਉਣਾ ਪਿਆ ਔਰ ਉਹਦੇ ਲਈ ਸ਼ਰਤ ਵੀ ਕੋਈ ਨਹੀਂ ਰੱਖੀ। ਇਹ ਵੀ ਸੱਚਮੁੱਚ ਬਹੁਤ ਵਧੀਆ ਗੱਲ ਹੋਈ ਹੈ ਕਿ ਕਿਸਾਨਾਂ ਨੇ ਆਪਣੀ ਪਹਿਲੀ ਜਿੱਤ ਇੱਥੇ ਕਰ ਲਈ। ਪਰ ਇੱਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਕਿਸਾਨ ਇਹ ਸੋਚ ਰਹੇ ਸੀ ਕਿ ਜਦੋਂ ਕਿਸਾਨਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਦਾ ਟੈਲੀਫੋਨ ਆ ਰਿਹਾ ਹੈ ਗੱਲਬਾਤ ਕਰਨ ਲਈ, ਤਾਂ ਉਸ ਮੀਟਿੰਗ ਦੇ ਵਿੱਚ ਗ੍ਰਹਿ ਮੰਤਰੀ ਵੀ ਹੋਣਗੇ। ਪਰ ਜਦੋਂ ਗ੍ਰਹਿ ਮੰਤਰੀ ਨਹੀਂ ਹੋਏ ਤਾਂ ਇੱਕ ਗੱਲ ਦੀ ਨਿਰਾਸ਼ਾ ਤਾਂ ਹੋਈ ਕਿ ਕੀ ਸਰਕਾਰ ਹਾਲੇ ਇੱਕ ਪੌੜੀ ਹੋਰ ਰੱਖਣੀ ਚਾਹੁੰਦੀ ਹੈ ਕਿ ਜੇਕਰ ਇਹ ਮੀਟਿੰਗਾਂ ਖਤਮ ਹੁੰਦੀਆਂ ਨੇ, ਫੇਲ ਹੋ ਜਾਂਦੀਆਂ ਨੇ, ਤਾਂ ਇਸ ਤੋਂ ਬਾਅਦ ਫਿਰ ਗ੍ਰਹਿ ਮੰਤਰੀ ਸ਼ਾਮਲ ਹੋਣਗੇ। ਸੋ ਖੈਰ ਉਹ ਗੱਲ ਹੋਈ, ਇਹ ਮੀਟਿੰਗ ਚੱਲੀ, ਪਰ ਮੀਟਿੰਗ ਕਿਸੇ ਪਾਸੇ ਨਹੀਂ ਲੱਗੀ ਜਿਸ ਤਰ੍ਹਾਂ ਕਿ ਆਸ ਸੀ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 24 ਸਤੰਬਰ ਤੋਂ ਲੈ ਕੇ ਹੁਣ ਤੱਕ 70 ਦਿਨ ਤਕਰੀਬਨ ਹੋ ਚੱਲੇ ਆ ਕਿਸਾਨਾਂ ਨੂੰ ਸੜਕਾਂ ਤੇ ਧੱਕੇ ਖਾਂਦਿਆਂ, ਪੁਲਿਸ ਦੇ ਨਾਲ ਟੱਕਰ ਲੈਂਦਿਆਂ। ਬਜ਼ੁਰਗਾਂ ਦਾ ਹਾਲ ਤੁਸੀਂ ਵੇਖ ਚੁੱਕੇ ਹੋ, ਨੌਜਵਾਨਾਂ ਦਾ ਤੁਸੀਂ ਹਾਲ ਵੇਖ ਚੁੱਕੇ ਹੋ। ਔਰ ਉਸ ਤੋਂ ਬਾਅਦ ਰੱਬ ਨੂੰ ਮੰਨਦੇ ਹੋਏ ਸਾਰੇ ਕਿਸਾਨ ਦਿੱਲੀ ਦੇ ਦਰਵਾਜ਼ੇ ਦੇ ਉੱਤੇ ਜਾ ਕੇ ਬੈਠ ਗਏ ਨੇ, ਧਰਨੇ ਲਾ ਰਹੇ ਨੇ। ਉੱਥੇ ਉਹਨਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਵੀ ਉੱਥੇ ਬੈਠ ਕੇ ਮਨਾਇਆ। ਉਹੀ ਪੁਲਿਸ ਵਾਲੇ ਜੋ ਉਹਨਾਂ ਤੇ ਬੌਛਾਰਾਂ ਕਰ ਰਹੇ ਸੀ, ਅਥਰੂ ਗੋਲੇ ਚਲਾ ਰਹੇ ਸੀ, ਉਹਨਾਂ ਨੇ ਵੀ ਲੰਗਰ ਬੈਠ ਕੇ ਛਕਿਆ। ਸੋ ਇਸ ਦੀ ਵਿਸਥਾਰ ਵਿੱਚ ਗੱਲ ਕਰਾਂਗੇ। ਪਰ ਕੱਲ ਮੀਟਿੰਗ ਦੇ ਵਿੱਚ ਆਸ ਲੈ ਕੇ ਭਾਵੇਂ ਗਏ ਸੀ ਸਾਡੇ ਲੀਡਰ, ਪਰ ਉੱਥੋਂ ਉਹਨਾਂ ਦੇ ਪੱਲੇ ਕੁਛ ਨਹੀਂ ਪਿਆ। ਮੀਟਿੰਗ ਤੋਂ ਬਾਅਦ ਸ਼ਾਮ ਨੂੰ ਡਾਕਟਰ ਦਰਸ਼ਨ ਸਿੰਘ ਜੋ ਕਿ ਇਸ ਪੂਰੇ ਸੰਘਰਸ਼ ਦੇ ਵਿੱਚ ਅੱਗੇ ਨੇ, ਉਹ ਉਸ ਮੀਟਿੰਗ ਦੇ ਵਿੱਚ ਸ਼ਾਮਲ ਸੀ। ਉਹਨਾਂ ਨੇ ਪ੍ਰੈਸ ਕਾਨਫਰੰਸ ਰਾਹੀਂ ਕੀ ਕਿਹਾ, ਆਓ ਸੁਣਦੇ ਹਾਂ। हमारा मांग तो वही है कि इन कानूनों को रिपील किया जाए, रद्द किया जाए, और इन कानूनों में हम कोई संशोधन नहीं चाहते हैं। और साथ ही साथ ये जो हमारा इशू है, उन्होंने कमेटी के लिए बोला, कमेटी बनाया जाए। हमने कहा कि नहीं, हम पूरे लोग ही आएंगे, पूरे लोग ही आके आपसे डिस्कशन करेंगे और क्या क्या मुद्दों को डिस्कशन करना है ये आज मीटिंग में जाके, जैसे एक तो ये है कि रिपील किया जाए कानूनों को, ये हमारा है। तो इसी के ऊपर रखते हुए हम अपनी मीटिंग में जाके इसको फाइनल देके कल इनको अपने पॉइंट्स भेज देंगे और परसों मीटिंग के लिए आएंगे। बातचीत आप 2 दिन में ठीक कर लो, बातचीत में आप कानून को आज रद्द कर दो, हम आज चले जाएंगे। बातचीत से पहले आप कल को रद्द कर दो कानूनों को, हम परसों चले जाएंगे। सो हमारा जो डिमांड है कि कानूनों को जो किसान के विरोधी हैं और देश के विरोधी हैं उनको हटाना है हमको। चौटाला ने जो एक तरह का चुनौती दे दिया है, हरियाणा की सरकार खतरे में पड़ गई है और 2-4 दिन में जनता का जो एक तूफान है वो दिल्ली की पूरी सड़कों पर आएगा और दिल्ली चौक हो जाएगी। सो डॉक्टर दर्शन सिंह हुणा ने कहा कि उन्होंने ये गल स्पष्ट कर दी है कि पहला बिल वापस लवो, ਤਾਂ ਹੀ ਅਸੀਂ ਅੱਗੇ ਗੱਲ ਚੱਲ ਸਕਦੀ ਹੈ। ਕਿਉਂਕਿ ਕੇਂਦਰ ਨੇ ਜੋ ਸਲਾਹ ਦਿੱਤੀ ਸੀ ਕਿ ਪਹਿਲਾਂ ਇੱਕ ਕਮੇਟੀ ਬਣ ਜਾਵੇ ਤਾਂ ਉਸ 'ਤੇ ਗੱਲ ਕਰਾਂਗੇ, ਕਮੇਟੀ 'ਚ ਬੈਠ ਕੇ ਵਿਚਾਰ ਚਰਚਾ ਹੋ ਜਾਵੇਗੀ। ਪਰ ਬੜੀ ਅਜੀਬ ਗੱਲ ਹੈ ਕਿ ਕੀ ਕਮੇਟੀ ਦੀਆਂ ਸਿਫਾਰਿਸ਼ਾਂ ਆਉਣ ਤੱਕ 4-5 ਲੱਖ ਕਿਸਾਨ ਜੋ ਦਿੱਲੀ 'ਤੇ ਜਾ ਕੇ ਬੈਠਾ ਹੈ,
ਰਾਤ ਨੂੰ ਠੰਡ ਵਿੱਚ ਠੁਰ ਠੁਰ ਕਰਦੇ ਨੇ ਲੋਕ, ਪਤਾ ਨਹੀਂ ਕਦੋਂ ਮੀਂਹ ਆ ਜਾਵੇ। ਕੀ ਉਹ ਇੰਨੇ ਦਿਨ ਬੈਠੇ ਰਹਿਣਗੇ? ਸ਼ਾਇਦ ਹਾਲੇ ਕਿਸਾਨਾਂ ਪ੍ਰਤੀ ਦਿੱਲੀ ਦਾ ਰਵੱਈਆ ਲੱਗਦਾ ਹੈ ਬਦਲਿਆ ਨਹੀਂ। ਇਸੇ ਹੀ ਮੀਟਿੰਗ ਵਿੱਚ ਸ਼ਾਮਲ ਸੀ ਸਰਦਾਰ ਬਲਬੀਰ ਸਿੰਘ ਰਾਜੇਵਾਲ। ਆਓ ਉਹ ਪ੍ਰੈਸ ਕਾਨਫਰੰਸ ਨੂੰ ਕੀ ਕਹਿ ਰਹੇ ਨੇ, ਆਓ ਸੁਣਦੇ ਹਾਂ। नहीं सिट्टा हाले कोई नहीं, गलबात हुई है काफ़ी लंबी चौड़ी। तो इसके बाद उन्होंने कहा भी इनू होर डिस्कस करने की लोड़ है। परसों फिर मीटिंग रखी है 12 वजे की, परसों आवांगे। ਅਸੀਂ ਉਹਨਾਂ ਨੂੰ ਇਹ ਸਾਫ਼ ਕਹਿਤਾ ਵੀ ਸਾਡਾ ਅੰਦੋਲਨ ਜਾਰੀ ਰਹੇਗਾ। ਪਰ ਇੰਨੀ ਲੰਬੀ ਬੈਠਕ ਚੱਲੀ ਹੈ, ਪ੍ਰੈਜੈਂਟੇਸ਼ਨ ਦਿੱਤੀ ਗਈ ਹੈ, ਤੁਹਾਨੂੰ ਐਮਐਸਟੀ ਦੀ ਕੁਝ ਸਮਝ ਆਇਆ? ਨੋ ਪ੍ਰੈਜੈਂਟੇਸ਼ਨ। ਅਸੀਂ ਉਹਨਾਂ ਨੂੰ ਕਹਿ ਦਿੱਤਾ ਸੀਗਾ ਵੀ ਪ੍ਰੈਜੈਂਟੇਸ਼ਨ ਅਸੀਂ ਕੋਈ ਨਹੀਂ ਲੈਣੀ, ਕਿਉਂਕਿ ਅਸੀਂ ਸਾਰੇ ਤੁਹਾਡੇ ਕਾਨੂੰਨ ਦੀ ਇੱਕ ਇੱਕ ਰਾਗ ਰਾਗ ਤੋਂ ਵਾਕਿਫ ਹਾਂ। ਇਹ ਗੱਲਾਂ ਕਿਤੇ ਹੋਰ ਨੂੰ ਦਿਖਾਇਓ। ਇਹ ਪਤਾ ਨਹੀਂ ਕਿਹਨੇ ਤੁਹਾਡੇ ਵਿੱਚ ਇਹ ਗੱਲ ਫੈਲਾਤੀ। ਬਿਲਕੁਲ ਕੋਈ ਪ੍ਰੈਜੈਂਟੇਸ਼ਨ। ਪਰ ਕੀ ਲੱਗਦਾ ਕੇਂਦਰ ਸਰਕਾਰ ਝੁਕੀ ਹੈ ਸੰਘਰਸ਼ ਦੇ ਅੱਗੇ ਕਿਸਾਨਾਂ ਦੇ? ਦਬਾਅ ਹੈਗਾ ਸਰਕਾਰ ਦੇ ਉੱਤੇ ਵੀ, ਕੀ ਹੁੰਦਾ ਇਹ ਹਾਲੇ ਅੱਜ ਕਹਿ ਨਹੀਂ ਸਕਦੇ। ਅੰਦੋਲਨ ਜਾਰੀ ਰਹੂਗਾ। ਸੋ ਰਾਜੇਵਾਲ ਸਾਹਿਬ ਨੇ ਵੀ ਸਪਸ਼ਟ ਕਰ ਦਿੱਤਾ ਕਿ ਕੋਈ ਗੱਲ ਨਹੀਂ ਚੱਲਣੀ, ਕਿਉਂਕਿ ਸਰਕਾਰ ਚਾਹੁੰਦੀ ਸੀ ਕਿ ਇੱਕ ਵਾਰੀ ਫਿਰ ਪੀਪੀਟੀ ਪ੍ਰੈਜੈਂਟੇਸ਼ਨ ਦਿੱਤੀ ਜਾਵੇ, ਕਾਨੂੰਨਾਂ ਬਾਰੇ ਗੱਲ ਕੀਤੀ ਜਾਵੇ, ਲੇਕਿਨ ਕੇਂਦਰ ਦੀ ਉੱਥੇ ਇੱਕ ਨਹੀਂ ਚੱਲ ਸਕੀ, ਕਿਉਂਕਿ ਕਿਸਾਨ ਬਜ਼ਿੱਦ ਨੇ ਇਸ ਗੱਲ ਤੇ। ਹੁਣ ਇਹਨੂੰ ਮੈਂ ਬਜ਼ਿੱਦ ਸ਼ਬਦ ਨੂੰ ਇਸ ਕਰਕੇ ਵਰਤ ਰਿਹਾ ਹਾਂ ਕਿ ਉਹਨਾਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਹੁਣ ਕੀ ਹੋਣ ਵਾਲਾ ਹੈ। ਸਰਕਾਰ ਕੋਈ ਹੋਰ ਪੈਂਤੜਾ ਬਦਲ ਸਕਦੀ ਹੈ। ਸੋ ਕਿਸੇ ਮੀਟਿੰਗ 'ਚ ਨਹੀਂ ਪੈਣਾ। ਉਹ ਕਹਿੰਦੇ ਪਹਿਲਾਂ ਕਾਨੂੰਨ ਰੱਦ ਕਰੋ, ਉਸ ਤੋਂ ਬਾਅਦ ਦੇਖਿਆ ਜਾਏਗਾ, ਕਿਉਂਕਿ ਲੰਮਾ ਸੰਘਰਸ਼ ਚੱਲਿਆ। ਇਸੇ ਹੀ ਮੀਟਿੰਗ ਦੇ ਵਿੱਚ ਸਰਦਾਰ ਜੋਗਿੰਦਰ ਸਿੰਘ ਉਗਰਾਹਾਂ ਵੀ ਸ਼ਾਮਲ ਸਨ। ਉਹਨਾਂ ਨੇ ਵੀ ਬੜੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਪਹਿਲਾਂ ਬਿੱਲ ਰੱਦ ਕਰੋ, ਉਸ ਤੋਂ ਬਾਅਦ ਫਿਰ ਦੇਖਾਂਗੇ। ਸੋ ਉਗਰਾਹਾਂ ਸਾਹਿਬ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਜੋ ਗੱਲ ਕੀਤੀ, ਆਓ ਸੁਣਦੇ ਹਾਂ। अंदर जो बातचीत हुआ है, खेती बाड़ी मंत्री बोल रहा है कि छोटा कमेटी बना लो, हम छोटा कमेटी से बात करेंगे, उसका कोई हल निकाल लेंगे, कानूनों का हल निकालने के लिए हम तैयार हैं। आप भी दलील दो, हम भी दलील देंगे। उसके लिए जो जथेबंदी हैं उन लोगों ने प्रवान नहीं किया कि सारे बैठेंगे, पर बोलेंगे 5-6 बंदा। वो 5-6 आदमी हैं जो बात करेंगे, पर ये बात नहीं कि 5-6 आदमी बात करने के लिए आए और कोई डिसीजन वो ले ले, ऐसा नहीं होगा। सबने रद्द कर दी। पूरा नहीं दिया गया, बोलने का मौका भी आपको पूरा नहीं मिला। पूरा मौका दिया बोलने का, पूरा 2-3 घंटे मीटिंग चला है, सारे लोग बोले हैं जिसने बोलना था, बोलने के लिए कोई कसर नहीं बाकी छोड़ी। ਇਸ ਸਮੇਂ ਦੌਰਾਨ ਜਦੋਂ ਪ੍ਰੈਸ ਕਾਨਫਰੰਸ ਹੋ ਰਹੀ ਸੀ, ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਜੀ ਵੀ ਪੱਤਰਕਾਰਾਂ ਨਾਲ ਸੰਪਰਕ ਕਰ ਰਹੇ ਸੀ। ਕਿਤੇ ਨਾ ਕਿਤੇ ਪ੍ਰੈਸ ਕਾਨਫਰੰਸ ਹੋ ਰਹੀ ਸੀ। ਉਹਨਾਂ ਦੇ ਨਾਲ ਸੋਮ ਪ੍ਰਕਾਸ਼ ਜੀ ਵੀ ਸੀ, ਜੋ ਸਾਡੇ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਨੇ। ਉਹਨਾਂ ਦੀ ਬਾਡੀ ਲੈਂਗੁਏਜ ਜੋ ਦੱਸ ਰਹੀ ਸੀ, ਇੰਜ ਲੱਗਦਾ ਸੀ ਕਿ ਉਹ ਬਿਲਕੁਲ ਫਸੇ ਹੋਏ ਆ। ਇੰਨਾ ਪ੍ਰੈਸ਼ਰ ਕਿਸਾਨਾਂ ਦਾ ਪੈ ਚੁੱਕਿਆ ਹੈ, ਚਾਰੇ ਪਾਸਿਓਂ ਇੰਨਾ ਪ੍ਰੈਸ਼ਰ ਪੈਣਾ ਸ਼ੁਰੂ ਹੋ ਗਿਆ ਹੈ ਕਿ ਹੁਣ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਹਨਾਂ ਦੀ ਗੱਲ ਬਣਨ ਵਾਲੀ ਨਹੀਂ ਹੈ। ਸੋ ਇੱਕ ਗੱਲ ਬੜੀ ਸਪਸ਼ਟ ਹੋ ਗਈ ਕਿ ਕੇਂਦਰ ਨੇ ਪੂਰਾ ਜ਼ੋਰ ਲਾ ਕੇ ਵੇਖ ਲਿਆ ਕਿ ਸ਼ਾਇਦ ਕਿਸਾਨ ਮੁੜ ਜਾਣਗੇ, ਪਰ ਹੁਣ ਜਿਸ ਥਾਂ ਤੇ ਪਹੁੰਚ ਗਿਆ ਸੰਘਰਸ਼, ਇਸ ਥਾਂ ਤੋਂ ਪੰਜਾਬੀ ਕਿਸਾਨ, ਯੂਪੀ ਦੇ ਕਿਸਾਨ, ਉੱਤਰ ਪ੍ਰਦੇਸ਼ ਦੇ, ਇਹਦੇ ਨਾਲ ਆਪਣੇ ਹਰਿਆਣਾ ਦੇ ਜਾਂ ਬਾਕੀ ਕਿਸਾਨ ਵਾਪਸ ਨਹੀਂ ਆ ਸਕਦੇ। ਇਸ ਵਕਤ ਇੱਜ਼ਤ ਦਾ ਸਵਾਲ ਬਣ ਗਿਆ ਹੋਇਆ ਹੈ। ਪਰ ਗੱਲ ਇਹ ਹੈ ਕਿ ਕੇਂਦਰ ਸਰਕਾਰ ਕਿਉਂ ਨਹੀਂ ਸੁਣਨਾ ਚਾਹੁੰਦੀ। ਸ਼ੱਕ ਪੈਦਾ ਹੋ ਰਿਹਾ ਹੈ ਕਿ ਕੀ ਸਰਕਾਰ ਕੋਈ ਆਪਣਾ ਪੈਂਤੜਾ ਬਦਲਣਾ ਚਾਹੁੰਦੀ ਹੈ? ਸਰਕਾਰ ਕੋਲੇ ਕੋਈ ਹੋਰ ਆਪਸ਼ਨ ਹੈ? ਇਸ ਵਕਤ ਕਿਸਾਨਾਂ ਦੀ ਜੋ ਗੱਲ ਹੈ ਕਿ ਅਸੀਂ ਬਿਨਾਂ ਕੇਂਦਰੀ ਕਾਨੂੰਨ ਜੋ ਹਨ ਉਹਨਾਂ ਨੂੰ ਵਾਪਸ ਕਿਰਾਏ ਤੋਂ ਬਿਨਾਂ ਨਹੀਂ ਉੱਠਣਾ, ਇੱਥੇ ਹੀ ਬੈਠਾਂਗੇ। ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਵਧਣ ਦੀਆਂ ਸੰਭਾਵਨਾਵਾਂ ਹੋਰ ਨੇ ਜੇਕਰ 3 ਤਾਰੀਖ ਵਾਲੀ ਮੀਟਿੰਗ ਦੇ ਵਿੱਚ ਕੋਈ ਵੀ ਰਿਜ਼ਲਟ ਨਹੀਂ ਨਿਕਲਦਾ। ਉਹਦਾ ਕਾਰਨ ਇਹ ਹੈ ਕਿ ਇੰਨਾ ਲੰਮਾ ਸਮਾਂ ਕਿਸਾਨ ਪੰਜਾਬ ਦੇ ਵਿੱਚ ਰੌਲਾ ਪਾਉਂਦੇ ਰਹੇ, ਟੋਲ ਪਲਾਜ਼ੇ ਬੰਦ ਕੀਤੇ, ਰੇਲਵੇ ਲਾਈਨਾਂ ਤੇ ਬੈਠੇ, ਬਾਕੀ ਵੀ ਬਹੁਤ ਕੁਝ ਕੀਤਾ, ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ। ਇਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਕਾਰਪੋਰੇਟ ਅਦਾਰਿਆਂ ਦੇ ਕਿੰਨੇ ਪ੍ਰੈਸ਼ਰ ਥੱਲੇ ਹੈ, ਕਿਉਂਕਿ ਸਾਡੀ ਦੇਸ਼ ਦੀ ਰਾਸ਼ਟਰੀ ਲੀਡਰਸ਼ਿਪ ਹੈ ਜੋ ਉਹ ਆਂਧਰਾ ਪ੍ਰਦੇਸ਼ ਦੇ ਵਿੱਚ ਹੈਰਾਨੀ ਦੀ ਗੱਲ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਵਿੱਚ ਕਨਵੈਂਸਿੰਗ ਕਰਨ ਗਏ ਆ। ਬੜੀ ਅਜੀਬ ਗੱਲ ਹੈ।
ਲੇਕਿਨ ਜੋ ਕਿਸਾਨ ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਹੈ ਉਹਦੀ ਗੱਲ ਜਿਹੜੀ ਉਹ ਨਹੀਂ ਸੁਣੀ ਜਾ ਰਹੀ ਤੇ ਸਿਰਫ ਇੱਕ ਏਜੰਸੀ ਵੱਲੋਂ ਹੀ ਮੈਸੇਜ ਭੇਜਿਆ ਜਾ ਰਿਹਾ ਕਿ ਕਿਸਾਨਾਂ ਨਾਲ ਗੱਲ ਕਰਨ ਵਾਸਤੇ ਕੇਂਦਰ ਤਿਆਰ ਹੈ। ਨਾਲ ਦੀ ਨਾਲ ਕਰੋਨਾ ਤੋਂ ਡਰਾਇਆ ਜਾ ਰਿਹਾ ਹੈ, ਜਦੋਂ ਕਿ ਕੇਂਦਰੀ ਗ੍ਰਹਿ ਮੰਤਰੀ ਖੁਦ ਆਂਧਰਾ ਪ੍ਰਦੇਸ਼ ਦੇ ਵਿੱਚ ਜਦੋਂ ਭੀੜ ਨਾਲ ਗੱਲ ਕਰ ਰਹੇ ਸੀ ਤਾਂ ਉਹਨਾਂ ਨੇ ਇੱਕ ਦੋ ਥਾਵਾਂ ਤੇ ਖੁਦ ਵੀ ਮਾਸਕ ਨਹੀਂ ਸੀ ਪਾਇਆ ਔਰ ਭੀੜ ਦੇ ਵਿੱਚ ਬਹੁਤ ਸਾਰੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਮਾਸਕ ਨਹੀਂ ਪਾਏ ਹੋਏ। ਇਸ ਕਰਕੇ ਸਵਾਲ ਬਣਦੇ ਆ, ਸ਼ੰਕੇ ਵੀ ਬਣਦੇ ਆ ਔਰ ਸ਼ੱਕ ਦਿਨੋਂ ਦਿਨ ਵੱਧ ਰਹੇ ਨੇ। ਸੋ ਇਹ ਸ਼ੱਕਾਂ ਦੀ ਗੱਲ ਹੈ। ਇਸ ਤੋਂ ਅਗਾਂਹ ਦੀ ਗੱਲ ਕੀ ਹੈ, ਇਸ ਬ੍ਰੇਕ ਤੋਂ ਬਾਅਦ ਥੋੜਾ ਜਿਹਾ ਵਿਸਤਾਰ 'ਚ ਗੱਲ ਕਰਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਾਰਿਆਂ ਦਾ ਸਵਾਗਤ ਹੈ। ਗੱਲ ਕਰ ਰਹੇ ਸੀ ਕਿਸਾਨੀ ਸੰਘਰਸ਼ ਦੀ। ਕਿਸਾਨੀ ਸੰਘਰਸ਼ ਇਸ ਸਥਿਤੀ ਤੇ ਆ ਪਹੁੰਚਿਆ ਹੈ ਜਿਸ ਦੇ ਵਿੱਚ ਇਸ ਵਕਤ ਸ਼ੰਕੇ, ਸਵਾਲ ਪੈਦਾ ਹੋਣੇ ਸ਼ੁਰੂ ਹੋ ਗਏ ਹੈ। ਹੁਣ ਗੱਲ ਕਰਾਂਗੇ ਆਪਾਂ ਕਿ ਇਸ ਸਮੇਂ ਦੇ ਦੌਰਾਨ ਕਿਸਾਨਾਂ ਨੇ ਕੀ ਗਵਾਇਆ ਤੇ ਕੀ ਖੱਟਿਆ। ਕਿਸਾਨਾਂ ਨੇ ਕੁਝ ਨਹੀਂ ਗਵਾਇਆ। ਜਿਸ ਤਰ੍ਹਾਂ ਕਿ ਉਹਨਾਂ ਤੇ ਇਲਜ਼ਾਮ ਲੱਗਦੇ ਰਹੇ ਕਿ ਉਹਨਾਂ ਦੇ ਵਿੱਚ ਖਾਲਿਸਤਾਨੀ ਨੇ, ਉਹ ਦੇਸ਼ ਵਿਰੋਧੀ ਨੇ, ਉਹ ਕਿਸਾਨ ਨਹੀਂ। ਸੋ ਇਸ ਦਾ ਜਵਾਬ ਹੌਲੀ ਹੌਲੀ ਲੋਕਾਂ ਨੇ ਆਪਣੇ ਆਪ ਦੇ ਦਿੱਤਾ। ਪੰਜਾਬ ਦੇ ਪ੍ਰਤੀਨਿਧ ਖਿਡਾਰੀਆਂ ਨੇ ਜਿਨ੍ਹਾਂ ਨੇ ਰਾਸ਼ਟਰੀ ਪੱਧਰ ਦੇ ਇਨਾਮ ਜਿੱਤੇ ਹੈ, ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਉਹ 5 ਦਸੰਬਰ ਨੂੰ ਜੇਕਰ ਉਦੋਂ ਤੱਕ ਕੋਈ ਹੱਲ ਨਹੀਂ ਹੁੰਦਾ ਤਾਂ ਉਹ ਆਪਣੇ ਇਨਾਮ ਕੇਂਦਰ ਸਰਕਾਰ ਨੂੰ ਮੋੜ ਦੇਣਗੇ। ਦੂਸਰਾ, ਹਰਿਆਣੇ ਦੇ ਵਿੱਚ ਜਦੋਂ ਹਰਿਆਣਾ ਦੇ ਸੀਐਮ ਨੇ ਇਹ ਗੱਲ ਕਹੀ ਕਿ ਪੰਜਾਬ ਦੇ ਕਿਸਾਨ ਹੀ ਇਕੱਲੇ ਨੇ ਜੋ ਰੌਲਾ ਪਾ ਰਹੇ ਨੇ, ਇਹਨਾਂ ਨਾਲ ਹਰਿਆਣੇ ਦੇ ਕਿਸਾਨ ਨਹੀਂ। ਸੋ ਹਰਿਆਣੇ ਦੀਆਂ ਖਾਪ ਪੰਚਾਇਤਾਂ ਨੇ ਵੀ ਹੁਣ ਸਰਕਾਰ ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਬੀਜੇਪੀ ਦੀ ਹਮਾਇਤੀ ਪਾਰਟੀ ਜਿਸ ਨਾਲ ਸਰਕਾਰ ਬਣੀ ਹੋਈ ਹੈ ਹਰਿਆਣੇ ਦੇ ਵਿੱਚ, ਖੱਟਰ ਸਰਕਾਰ ਦੀ, ਲੋਕ ਨਾਇਕ ਜਨ ਨਾਇਕ ਜਨ ਪਾਰਟੀ ਦੁਸ਼ਯੰਤ ਚੌਟਾਲਾ ਵਾਲੀ, ਉਸ ਪਾਰਟੀ ਨੇ ਵੀ ਇਸ ਵਕਤ ਅਲਟੀਮੇਟਮ ਦੇ ਦਿੱਤਾ ਹੈ ਕਿ ਜੇਕਰ ਕਿਸਾਨਾਂ ਦੀ ਗੱਲ ਨਹੀਂ ਮੰਨੀ ਜਾਂਦੀ ਤਾਂ ਉਹ ਸਰਕਾਰ ਦੀ ਹਮਾਇਤ ਬਾਰੇ ਵੀ ਸੋਚ ਸਕਦੇ ਹੈ। ਬੀਜੇਪੀ ਦੇ ਆਪਣੇ ਮੈਂਬਰ ਪਾਰਲੀਮੈਂਟਸ ਨੇ ਹਰਿਆਣੇ ਵਿੱਚੋਂ ਵੀ ਇਹ ਗੱਲ ਕਹੀ ਹੈ ਕਿ ਬਿੱਲ ਤਾਂ ਠੀਕ ਨੇ ਪਰ ਕਿਤੇ ਨਾ ਕਿਤੇ ਦਾਲ ਦੇ ਵਿੱਚ ਕਾਲਾ ਹੈ, ਨਹੀਂ ਤਾਂ ਇੰਨੀ ਵੱਡੀ ਪੱਧਰ ਤੇ ਕਿਸਾਨ ਇਕੱਠੇ ਨਹੀਂ ਸੀ ਹੋ ਸਕਦੇ। ਇਹਦੇ ਨਾਲ ਹੀ ਬਾਕੀ ਸੂਬਿਆਂ ਤੋਂ ਵੀ ਆਵਾਜ਼ ਆਉਣੀ ਸ਼ੁਰੂ ਹੋ ਗਈ। ਰਾਜਸਥਾਨ ਦੇ ਵਿੱਚੋਂ ਅਸੀਂ ਵੇਖਿਆ ਕਿ ਲੜਕੀਆਂ ਟਰੈਕਟਰ ਚਲਾ ਕੇ ਪੂਰੇ ਇਕੱਠ ਨਾਲ ਉਹ ਦਿੱਲੀ ਵੱਲ ਵਧ ਰਹੀਆਂ ਨੇ। ਸੋ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਤੁਹਾਡੇ ਨਾਲ ਗੱਲਾਂ ਅਸੀਂ ਸਾਂਝੀਆਂ ਕਰ ਸਕਦੇ ਹਾਂ ਕਿ ਕਿਸਾਨਾਂ ਨੂੰ ਕਿਸ ਤਰ੍ਹਾਂ ਸਪੋਰਟ ਮਿਲਣੀ ਸ਼ੁਰੂ ਹੋਈ ਹੈ। ਪਰ ਪਹਿਲਾਂ ਅਸੀਂ ਤੁਹਾਨੂੰ ਸੁਣਾਉਂਦੇ ਹਾਂ, ਸਾਡੇ ਸਾਬਕਾ ਮੰਤਰੀ ਨੇ ਪੰਜਾਬ ਦੇ, ਜਦੋਂ ਬੀਜੇਪੀ ਤੇ ਅਕਾਲੀ ਦਲ ਦੀ ਸਰਕਾਰ ਸੀ, ਲక్ష్ਮੀ ਕਾਂਤਾ ਚਾਵਲਾ ਜੀ, ਉਹਨਾਂ ਨੇ ਕਿਸਾਨਾਂ ਦੇ ਦਰਦ ਨੂੰ ਸਮਝਿਆ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਕੀ ਅਪੀਲ ਕੀਤੀ ਹੈ। आखिर कुछ सही है तभी तो सारे किसान इकट्ठे हो गए हैं। यूपी है, पंजाब है, हरियाणा है, मध्य प्रदेश से आ रहे हैं और भी प्रांतों से। और मेरा एक निवेदन है उन नेताओं से जिसने एक शब्द ये कहा है कि ये किसान जो हैं ये खालिस्तानी हैं या इनमें से कुछ खालिस्तानी हैं। जिसने ऐसा कहा है वो देश का नेता भी है और कुछ ऐसे भी हैं। उनको पंजाब के किसान से, देश के किसान से माफी मांगनी चाहिए। याद रखो नेताओं, ये जो किसान हैं इनमें से बहुत से तो ऐसे होंगे जो खुद सीमा पर पहरेदारी कर चुके हैं और बहुतों के बच्चे आज भी बॉर्डर पर लड़ रहे हैं। वो सीआरपी में हैं, बीएसएफ में हैं, पुलिस में हैं, पंजाब पुलिस में हैं। किसान के बेटे ही शस्त्र उठाकर सीमा की रक्षा करते हैं और किसान अन्न पैदा करके सबका पेट भरता है। इसलिए मेरी तो मोदी जी से प्रार्थना है कि मोदी जी, ये आपके बच्चे हैं, ये आपकी प्रजा है, जितनी जल्दी हो सके इनको प्यार से अपने पास बिठाएं और जो इनके संशय या सही इनकी कठिनाई है उसका समाधान करें। ज्यादा दिन सड़कों पर आंदोलन नहीं चलना चाहिए। और शाबाश किसान नेताओं को। कोई छोटा मोटा नेता प्रदर्शन करता है ना तो कई सरकारी गैर सरकारी संपत्ति जला देता है। किसान गए हैं, आगे बढ़ते गए हैं। ਸਾਬਕਾ ਮੰਤਰੀ ਲక్ష్ਮੀ ਕਾਂਤਾ ਚਾਵਲਾ ਜੀ ਬੜੇ ਸੁਹਿਰਦ ਲੀਡਰ ਰਹੇ ਨੇ,
ਲੋਕਾਂ ਦੀ ਗੱਲ ਸਮਝਦੇ ਆ ਔਰ ਉਹਨਾਂ ਦੀ ਗੱਲ, ਉਹਨਾਂ ਨੇ ਆਪਣੇ ਦਿਲ ਦੀ ਗੱਲ, ਮਨ ਦੀ ਗੱਲ, ਮਨ ਕੀ ਬਾਤ ਮੋਦੀ ਜੀ ਨੂੰ ਕਹਿ ਦਿੱਤੀ ਹੈ। ਹੁਣ ਦੇਖਦੇ ਹਾਂ ਕਿ ਮੋਦੀ ਜੀ ਕਦੋਂ ਉਹਨਾਂ ਦੀ ਗੱਲ ਸੁਣਦੇ ਆ। ਇਸ ਤੋਂ ਵੀ ਅੱਗੇ ਚੱਲਦੇ ਹਾਂ ਆਪਾਂ। ਬੀਜੇਪੀ ਦੇ ਆਪਣੇ ਸਾਬਕਾ ਮੰਤਰੀ, ਜਦੋਂ ਵਾਜਪਾਈ ਜੀ ਦੀ ਸਰਕਾਰ ਸੀ ਕੇਂਦਰ ਵਿੱਚ, ਉਸ ਵਕਤ ਕੇਂਦਰ ਦੇ ਵਿੱਚ ਸ੍ਰੀ ਸੋਮਪਾਲ ਸ਼ਾਸਤਰੀ ਜੀ ਕੇਂਦਰੀ ਰਾਜ ਮੰਤਰੀ ਰਹਿ ਚੁੱਕੇ ਨੇ ਖੇਤੀ ਦੇ। ਉਹ ਡਟ ਕੇ ਵਿਰੋਧ ਕਰਦੇ ਆ ਇਸ ਗੱਲ ਦਾ ਕਿ ਇਹ ਬਿੱਲ ਬਿਲਕੁਲ ਗਲਤ ਨੇ ਔਰ ਉਹਨਾਂ ਨੇ ਇਸ ਗੱਲ ਨੂੰ ਸਪਸ਼ਟ ਕੀਤਾ। ਆਓ ਆਪਾਂ ਉਹਨਾਂ ਨੂੰ ਸੁਣਦੇ ਹਾਂ ਉਹ ਕੀ ਕਹਿ ਰਹੇ ਨੇ। ये सारी चीजें पैदा करने में किसान की लागत 6 से 7 रुपया प्रति किलो आती है। और मैं पिछले वर्ष एक बार जब चंडीगढ़ से और बठिंडा गया, उधर डबवाली के पास मेरी ससुराल का गांव है, तो सड़कों के ऊपर किसान, पंजाब का किसान जिसने आलू पैदा कर रखा था, 2.25, 2.5, 1.5 रुपया में आलू बेच रहा था ढेर लगाकर सड़क के ऊपर, हाईवे के ऊपर, जबकि उसका 6-7 रुपया खर्च आता है। तो इस स्थिति से निपटने के लिए हमने ये सिफारिश की थी कि कुछ कंपनियां ऐसा कर सकती हैं कि दिल्ली और बंबई और इन बड़े बड़े बाजारों में बेचने के लिए, और अंतर्राष्ट्रीय बाजार में भी इनकी बहुत बड़ी मांग है। मैं लगभग विश्व के 46 देशों में गया हूं, खासतौर से यूरोप के जो देश हैं वहां 7 महीने तक कोई हरी सब्जी पैदा नहीं होती, बर्फ से ढके रहते हैं वो सारे प्रदेश। यूरोप हुआ, अमेरिका हुआ, कनाडा हुआ, तो वहां भारतीय सब्जियों की मांग बहुत बढ़ रही है। और एक आश्चर्य की बात है कि भारतीय सब्जी और फल जितने स्वादिष्ट हैं और उनकी जो पौष्टिक गुणवत्ता है, न्यूट्रिशनल क्वालिटी, वो अनमैच्ड है, अनपैरेलल्ड है पूरे वर्ल्ड में। तो वहां अगर उन्हें भेजना होगा तो भारत का किसान तो भेज नहीं पाएगा वराज साहब, जी क्योंकि 95% किसान, ये आंकड़ा नोट करिए आप, जी 2011 के सेंसस के हिसाब से 95% किसानों के पास 4 हेक्टेयर यानी 10 एकड़ से कम जमीन है, और 99.3% के पास 10 हेक्टेयर से कम है। तो कोई भी किसान ये हैसियत नहीं रखता कि वो यूरोप या अमेरिका या किसी विदेशी बाजार में इन सब्जियों का, फलों का निर्यात कर सके। ये काम तो कंपनियां करेंगी। ਸੋ ਸੋਮਪਾਲ ਸ਼ਾਸਤਰੀ ਜੀ ਨੇ ਸਾਡੇ ਨਾਲ ਵਿਸਤਾਰ 'ਚ ਗੱਲ ਕੀਤਾ ਕਿ ਉਹ MSP ਦੇ ਹੱਕ ਵਿੱਚ ਨੇ। ਕੇਂਦਰੀ ਕਾਨੂੰਨ ਜੋ ਬਣੇ ਨੇ ਉਹ ਬਿਲਕੁਲ ਕਿਸਾਨਾਂ ਦੇ ਖਿਲਾਫ ਬਣੇ ਨੇ। ਇਸ ਤੋਂ ਵੀ ਅੱਗੇ ਚੱਲਦੇ ਹਾਂ ਆਪਾਂ। ਬੀਜੇਪੀ ਦੀ ਇੱਕ ਇਕਾਈ ਹੈ RSS, ਇਕਾਈ ਨਹੀਂ ਕਹਿ ਸਕਦੇ, ਬੀਜੇਪੀ RS ਦੀ ਆਈਡੀਓਲੋਜੀ ਦੇ ਉੱਤੇ ਚੱਲਦੀ ਹੈ। ਇਸ ਕਿਸਮ ਦਾ ਲੋਕਾਂ ਦੇ ਵਿੱਚ ਪ੍ਰਭਾਵ ਹੈ ਕਿ ਜੋ RSS ਏਜੰਡਾ ਦਿੰਦੀ ਹੈ ਬੀਜੇਪੀ ਉਹਨੂੰ ਰਾਜਨੀਤਿਕ ਤੌਰ ਤੇ ਲਾਗੂ ਕਰਦੀ ਹੈ। ਉਹਨਾਂ ਦੇ ਆਪਣੇ ਵੱਖਰੇ ਵੱਖਰੇ ਵਿੰਗ ਨੇ, ਵਿਦਿਆਰਥੀਆਂ ਦੇ, ਐਡਵੋਕੇਟਸ ਦੇ, ਡਾਕਟਰਸ ਦੇ। ਇਸੇ ਤਰ੍ਹਾਂ ਉਹਨਾਂ ਦਾ ਇੱਕ ਭਾਰਤੀ ਕਿਸਾਨ ਵਿੰਗ ਹੈ। ਭਾਰਤੀ ਕਿਸਾਨ ਵਿੰਗ ਦੇ ਭਾਰਤੀ ਕਿਸਾਨ ਸੰਘ ਹੈ ਜਿਹਦਾ ਨਾਂ, ਕਿਉਂਕਿ ਉਹ ਸੰਘ ਪਰਿਵਾਰ ਨਾਲ ਜੁੜਿਆ ਹੈ, ਉਹਦੇ ਜਨਰਲ ਸਕੱਤਰ ਬਦਰੀ ਨਾਰਾਇਣ ਚੌਧਰੀ, ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ ਔਰ ਉਹਨਾਂ ਨੇ ਤਾਂ ਸਪਸ਼ਟ ਰੂਪ ਵਿੱਚ ਕਹਿ ਦਿੱਤਾ ਕਿ ਇਹ ਬਿੱਲ ਕਿਸਾਨਾਂ ਦੇ ਖਿਲਾਫ ਨੇ। ਬਦਰੀ ਨਾਰਾयण जी ने की किया, आओ आप सुनते हैं। मेरा तो प्रधानमंत्री जी से अगर निवेदन इतना ही होगा कि वो इस विषय को खुद सुने, समझें, किसी और के ऊपर निर्भर नहीं रहें, और इसमें ऐसे 10-20 बिंदु आ जाएंगे जो उनके गले उतरेंगे। वो उनके बारे में जैसी श्रद्धा किसानों के मन में है वो घटेगी अगर उन्होंने ऐसा नहीं किया तो, और वो श्रद्धा बढ़ेगी और निर्णय सही होगा यदि उन्होंने थोड़ा व्यक्तिगत ध्यान इसके ऊपर दिया। नहीं, हम तो इतना ही कहना चाहेंगे कि अगर वार्ता विफल होती है तो भारतीय किसान संघ भी इस आंदोलन के विरोध के अंदर और सड़कों पर आ सकता है। सो इस वक्त कुल मिला के स्थिति ये बन गई हुई है केंद्र दी ते इसे तरह किसानां दी भी कि सप दे मूँह विच कोड़ किरली, सप दे मूँह विच कोड़ किरली, छड्डे खाए ते कोड़ी, छड्डे ते कलंकी। सो इस वक्त अरदास करते हैं कि रब केंद्र सरकार नूं समत बख्शे, किसानां दे दर्द नूं समझे। इन्ने दिनां तो जो दिल्ली दे दरवाजे ते बैठे ने उन्हां दे नाल कोई ना कोई समाधान करे। आउण वाले दिनां दे विच आस ही कर सकते हैं, नहीं तो समय दीयां स्थितियां जो होणगीਆਂ उस बारे आपां तुहाडे नाल चर्चा करते रहांगे। चलदे चलदे गल ये करनी है कि केंद्र ने मीटिंग के दौरान 1 तरीक नूं किसानां नूं कहा
ਆਓ ਚਾਹ ਪੀਂਦੇ ਹਾਂ। ਕਿਸਾਨਾਂ ਨੇ ਕਿਹਾ ਨਹੀਂ, ਤੁਸੀਂ ਸਾਡੇ ਕੋਲੇ ਮੋਰਚੇ ਤੇ ਆਓ, ਅਸੀਂ ਤੁਹਾਨੂੰ ਖੀਰ ਤੇ ਜਲੇਬੀਆਂ ਖਵਾਵਾਂਗੇ। ਖੀਰ ਤੇ ਜਲੇਬੀਆਂ ਦੀ ਗੱਲ ਦੇ ਨਾਲ ਨਾਲ ਗੱਲ ਕਰਦੇ ਹਾਂ ਕਿ ਪੰਜਾਬ ਵਿੱਚ ਪਿੱਛੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਣ ਲੱਗ ਪਿਆ ਕਿ ਉਹਨਾਂ ਦੇ ਪੈਰਾਂ 'ਚੋਂ ਜ਼ਮੀਨ ਖਿਸਕਣੀ ਸ਼ੁਰੂ ਹੋ ਗਈ ਹੈ। ਕਦੇ ਫੇਸਬੁੱਕ ਤੇ ਤਰਲੇ ਪਾਉਂਦੇ ਨੇ, ਕਦੇ WhatsApp ਤੇ ਆਉਂਦੇ ਨੇ, ਕਦੇ ਬਿਆਨ ਦੇ ਰਹੇ ਨੇ, ਕਦੇ ਪ੍ਰਦਰਸ਼ਨ ਕਰਦੇ ਨੇ। ਉਹਨਾਂ ਨੂੰ ਲੱਗਦਾ ਕਿ ਕਿਸੇ ਢੰਗ ਨਾਲ ਉਹ ਇਸ ਖਬਰ ਦੇ ਵਿੱਚ ਬਣੇ ਰਹਿਣ, ਜਦੋਂ ਕਿ ਉਹਨਾਂ ਨੇ ਬੜੀ ਵੱਡੀ ਗਲਤੀ ਪਹਿਲਾਂ ਕਰ ਲਈ ਹੋਈ ਹੈ, ਜਦੋਂ ਉਹ ਸਿਆਸੀ ਜ਼ਮੀਨ ਨੂੰ ਜ਼ਰਖੇਜ਼ ਬਣਾਉਣ ਵਾਸਤੇ ਸਮਾਂ ਮੰਗਦੇ ਰਹੇ, ਪਰ ਉਹਨਾਂ ਨੇ ਕਿਸਾਨਾਂ ਦੀਆਂ ਗੱਲਾਂ ਖੁੱਲ੍ਹ ਕੇ ਨਹੀਂ ਕੀਤੀਆਂ। ਇਸ ਬਾਰੇ ਬਹੁਤ ਚਰਚਾ ਜਿਹੜੀ ਉਹ ਹੋ ਚੁੱਕੀ ਹੋਈ ਹੈ, ਪਰ ਇਸ ਵਕਤ ਕਿਸਾਨਾਂ ਦੇ ਹੱਥ ਵਿੱਚ ਹੈ ਸਭ ਕੁਝ। ਕਿਸਾਨ ਆਉਣ ਵਾਲੇ ਸਮੇਂ ਵਿੱਚ ਇੱਕ ਨਵੀਂ ਧਿਰ ਬਣ ਕੇ ਪੰਜਾਬ ਦੇ ਵਿੱਚ ਉੱਭਰਨਗੇ, ਨੌਜਵਾਨ ਆਉਣਗੇ, ਇੱਕ ਨਵਾਂ ਸੰਕਲਪ ਪੰਜਾਬ ਦੇ ਵਿੱਚ ਹੋ ਸਕਦਾ ਰਾਜਨੀਤੀ ਦਾ ਵੀ ਆਵੇ। ਪਰ ਇਸ ਵਕਤ ਤਾਂ ਲੋੜ ਇਹ ਹੈ ਕਿ ਕਿਸਾਨਾਂ ਨੂੰ ਸਮਰਥਨ ਦੀ ਲੋੜ ਹੈ, ਤਾਂ ਕਿ ਕਿਸਾਨਾਂ ਦੀ ਇਹ ਮੂਵਮੈਂਟ ਜੋ ਸਿਖਰ ਤੇ ਪਹੁੰਚ ਚੁੱਕੀ ਹੋਈ ਹੈ ਉਸ ਦੇ ਵਿੱਚ ਕੋਈ ਵਿਗਾੜ ਨਾ ਆ ਜਾਵੇ। ਜਿਵੇਂ ਅਸੀਂ ਵੇਖਿਆ ਕਿ ਕਈ ਲੋਕੀ ਇਹਦੀ ਸ਼ਰਾਰਤ ਕਰ ਰਹੇ ਨੇ, ਕੁਝ ਲੋਕ ਤਾਂ ਕਿਸਾਨਾਂ ਦੇ ਟਰੈਕਟਰਾਂ ਦੇ ਪੈਂਚਰ ਕਰਨੇ ਸ਼ੁਰੂ ਹੋ ਗਏ ਆ ਸੂਏ ਮਾਰ ਕੇ। ਇਸ ਤਰ੍ਹਾਂ ਸ਼ਰਾਰਤੀ ਨਾਅਰੇ ਵੀ ਲਾਏ, ਕੁਝ ਹੋਰ ਕੋਸ਼ਿਸ਼ਾਂ ਵੀ ਕੀਤੀਆਂ, ਪਰ ਆਸ ਕਰਦੇ ਹਾਂ ਕਿ ਪਰਮਾਤਮਾ ਸਭ ਕੁਝ ਭਲੀ ਕਰੇਗਾ। ਸੋ ਇਸ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਕਰਨ ਦੀ ਅਮਰਜੀਤ ਵੜੈਚ ਨੂੰ ਦਿਓ ਆਗਿਆ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।